हेलो एवरीवन वेलकम टू विक्टर्स नॉलेज दिस इज चिनू शर्मा सो ਅੱਜ ਆਪਾਂ ਯੂਨਿਟ 3 ਦਾ ਨੈਕਸਟ ਟੌਪਿਕ ਕਵਰ ਕਰਨ ਜਾ ਰਹੇ ਹਾਂ ਸੋ ਅੱਜ ਤੇ ਆਪਾਂ ਲੈਕਚਰ ਨੰਬਰ 17 ਦੇ ਵਿੱਚ ਤਿੰਨ ਅਗਲੇ ਟੌਪਿਕ ਕਵਰ ਕਰਨੇ ਨੇ ਚਾਈਲਡ ਰਾਈਟਸ ਦਾ ਪਾਰਟਿਕੂਲਰਲੀ ਚਾਈਲਡ ਪ੍ਰੋਟੈਕਸ਼ਨ ਦਾ ਇਹ ਬਾਰ-ਬਾਰ ਆਪਾਂ ਇਹਨਾਂ ਬਾਰੇ ਗੱਲ ਕਰਦੇ ਆ ਰਹੇ ਹਾਂ ਪਰ ਜਿਹੜਾ ਯੂਨਿਟ 3 ਹੈ ਇਹਦੇ ਵਿੱਚ ਦੁਬਾਰਾ ਤੋਂ ਅਲੱਗ ਤੋਂ ਕਨਸੈਪਟ ਅਤੇ ਇਹਨਾਂ ਦੀ ਟਾਈਪਸ ਉੱਤੇ ਜਿਹੜਾ ਟੌਪਿਕ ਐਡ ਕੀਤਾ ਹੋਇਆ ਫਿਰ ਆਪਾਂ ਨੈਕਸਟ ਜਿਹੜਾ ਪੰਜਵਾਂ ਟੌਪਿਕ ਹੈ ਯੂਨਿਟ 3 ਦਾ ਚਾਈਲਡ ਰੈਜ਼ੀਲੀਐਂਸ ਐਂਡ ਕੋਪਿੰਗ ਸਟ੍ਰੈਟੇਜੀਜ਼ ਕਿਵੇਂ ਆਪਾਂ ਨੇ ਉਸ ਚੀਜ਼ ਨੂੰ ਠੀਕ ਕਰਨਾ ਹੈ ਸੋ ਕਿਹੜੇ ਫੈਕਟਰਸ ਉਹਦੇ ਉੱਤੇ ਡਿਪੈਂਡ ਕਰਦੇ ਨੇ ਸੋ ਇਹ ਤਿੰਨ ਇੰਪੋਰਟੈਂਟ ਟੌਪਿਕ ਅੱਜ ਆਪਾਂ ਕਵਰ ਕਰਾਂਗੇ ਸੋ ਟੈਸਟ ਸੀਰੀਜ਼ ਬਾਰੇ ਮੈਂ ਤੁਹਾਨੂੰ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਵੀ ਦੱਸ ਚੁੱਕੀ ਹਾਂ ਸੋ ਤੁਸੀਂ ਬਾਏ ਕਰ ਸਕਦੇ ਹੋ ਐਂਡ ਤੁਸੀਂ ਮੈਨੂੰ ਸਕਰੀਨਸ਼ਾਟ ਭੇਜਣਾ ਈਮੇਲ ਉੱਤੇ ਜਾਂ ਫਿਰ ਇੰਸਟਾਗ੍ਰਾਮ ਡੀਐਮ ਉੱਤੇ ਤੇ ਮੈਂ ਤੁਹਾਨੂੰ ਸਾਰੇ ਟੈਸਟ ਇੱਕ ਵਾਰੀ ਵਿੱਚ ਹੀ ਸ਼ੇਅਰ ਕਰਦੀ ਹਾਂ ਪੀਡੀਐਫ ਫਾਰਮ ਦੇ ਵਿੱਚ ਨਾਲ ਜਿਹੜੇ ਐਕਸਟਰਾ 300 ਐਮਸੀਕਿਊਜ਼ ਨੇ ਉਹ ਵੀ ਮਿਲਣਗੇ Now starting with our first topic, child rights. So child rights ਬਾਰੇ ਆਪਾਂ ਬਾਰ-ਬਾਰ ਗੱਲ ਕਰਦੇ ਆ ਰਹੇ ਹਾਂ ਕਿ ਬੱਚਿਆਂ ਦੇ ਜਿਹੜੇ ਕੁਝ ਬੇਸਿਕ ਰਾਈਟਸ ਨੇ ਤੇ ਉਹ ਜੋ ਬਚਪਨ ਦੇ ਵਿੱਚ ਉਹਨਾਂ ਨੂੰ ਪੂਰੇ ਨਾ ਕੀਤੇ ਜਾਣ ਉਹਨਾਂ ਨੂੰ ਮਿਲਣ ਨਾ ਤਾਂ ਵੱਡੇ ਹੋ ਕੇ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਗਰੋਥ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਸੋ ਜਿਹੜੇ ਬੱਚੇ ਨੇ ਬਹੁਤ ਜ਼ਿਆਦਾ ਨਾਜ਼ੁਕ ਡੈਲੀਕੇਟ ਹੁੰਦੇ ਨੇ ਤੇ ਇਹਨਾਂ ਨੂੰ ਪ੍ਰੋਟੈਕਟ ਕਰਨਾ ਜ਼ਰੂਰੀ ਹੈ ਸੋ ਐਡਲਟ ਚਾਈਲਡ ਕਨੈਕਸ਼ਨ ਹੋ ਗਏ ਪ੍ਰੋਟੈਕਟ ਕਿਉਂਕਿ ਕਿਹਨੇ ਕਰਨਾ ਹੈ ਵੱਡਿਆਂ ਨੇ ਆਪਣੇ ਵੱਡੇ ਭਾਈ ਭੈਣ ਹੋ ਗਏ ਕੋਈ ਸਕੂਲ ਵਿੱਚ ਹੋ ਗਏ ਪਾਰਟਿਕੂਲਰਲੀ ਪੇਰੈਂਟ ਚਾਈਲਡ ਰਿਲੇਸ਼ਨਸ਼ਿਪ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਕਿ ਕਿਵੇਂ ਦਾ ਹੈ ਉਸ ਤੋਂ ਬਾਅਦ ਬੱਚਿਆਂ ਦੀ ਆਪਾਂ ਨੇ ਕੇਅਰ ਤੇ ਪ੍ਰੋਟੈਕਸ਼ਨ ਕਰਨੀ ਹੈ ਉਹਨਾਂ ਦੇ ਬੈਸਟ ਇੰਟਰਸਟ ਉਹਨਾਂ ਦੇ ਹਿੱਤ ਵਿੱਚ ਜੋ ਚੀਜ਼ਾਂ ਨੇ ਸਿਰਫ ਉਹੀ ਕਰਨੀਆਂ ਨੇ ਸੋ ਦੈਟ ਉਹਨਾਂ ਦੀ ਡੇਲੀ ਜਿਹੜੀ ਗਰੋਥ ਹੈ ਸਰਵਾਈਵਲ ਹੈ ਉਹ ਵੀ ਇੱਕ ਵਧੀਆ ਤਰੀਕੇ ਨਾਲ ਹੋ ਸਕੇ ਤੇ ਓਵਰਆਲ ਜਿਹੜਾ ਐਡਲਟ ਹੈ ਪੇਰੈਂਟ ਹੈ ਜਾਂ ਕੋਈ ਟੀਚਰ ਹੈ ਉਹਦੀ ਹੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਐਜ਼ ਅ ਗਾਰਡੀਅਨ ਆਪਾਂ ਨੇ ਬੱਚੇ ਦੀ ਕੇਅਰ ਤੇ ਡਿਵੈਲਪਮੈਂਟ ਵੱਲ ਧਿਆਨ ਦੇਣਾ ਸੋ NHRC ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਜਦੋਂ ਤੋਂ ਇਹ ਕਮਿਸ਼ਨ ਤਿਆਰ ਹੋਇਆ ਅਕਤੂਬਰ 1993 ਤੋਂ ਉਦੋਂ ਤੋਂ ਹੀ ਇਹ ਪਾਰਟਿਕੂਲਰਲੀ ਬੱਚਿਆਂ ਦੇ ਰਾਈਟਸ ਦੇ ਲਈ ਬਹੁਤ ਵਧੀਆ ਕੰਮ ਕਰ ਰਿਹਾ ਸੋ ਮੇਨ ਫੋਕਸ ਦੇ ਰਿਹਾ ਤੇ ਜਿਹੜਾ ਇੰਡੀਆ ਵਾਲਾ ਇਹ NHRC ਹੈ ਇਹ ਜਿਹੜਾ ਸੰਵਿਧਾਨ ਹੈ ਉਹਦੇ ਅੰਦਰ ਅਲੱਗ ਤੋਂ ਕੁਝ ਚਾਈਲਡ ਰਾਈਟਸ ਪ੍ਰੋਟੈਕਸ਼ਨ ਨੂੰ ਲੈ ਕੇ ਪ੍ਰੋਵੀਜ਼ਨਸ ਨੇ ਜਾਂ ਕੋਈ ਹੋਰ ਲੈਜਿਸਲੇਸ਼ਨ ਨੇ ਸਾਰਿਆਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਤੇ ਨਾਲ ਭਾਰਤ ਸਰਕਾਰ ਵੀ ਆਪਾਂ ਨੂੰ ਪਤਾ ਅਲੱਗ-ਅਲੱਗ ਸਕੀਮਸ ਚਲਾਉਂਦੀ ਹੈ ਤੇ ਕੁਝ ਇੰਟਰਨੈਸ਼ਨਲ ਕਨਵੈਨਸ਼ਨਸ ਨੇ ਜਿਹੜੇ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਜਿਨ੍ਹਾਂ ਨੂੰ ਭਾਰਤ ਨੇ ਰੈਟੀਫਾਈ ਕੀਤਾ ਹੋਇਆ ਸਾਈਨ ਕੀਤਾ ਹੋਇਆ ਜਿਵੇਂ ਕਨਵੈਨਸ਼ਨ ਔਨ ਰਾਈਟ ਆਫ ਚਿਲਡਰਨ ਤੇ ਇਹਨਾਂ ਦੇ ਅਕੋਰਡਿੰਗ ਹੀ ਮਿਲ ਕੇ ਭਾਰਤ ਦੇ ਅੰਦਰ ਜਿਹੜੇ ਚਾਈਲਡ ਰਾਈਟ ਨੂੰ ਲੈ ਕੇ ਪ੍ਰੋਵੀਜ਼ਨ ਨੇ ਸਕੀਮਾਂ ਨੇ ਪ੍ਰੋਗਰਾਮ ਨੇ ਉਹ ਲਿਆਂਦੇ ਜਾਂਦੇ ਨੇ ਸੋ ਚਾਈਲਡ ਰਾਈਟ ਹੁਣ ਆਪਾਂ ਦੇਖਾਂਗੇ ਜਿਹੜੇ ਟੌਪਿਕ ਹੈ ਪਾਰਟਿਕੂਲਰਲੀ ਇਹਦੇ ਕਨਸੈਪਟ ਬਾਰੇ ਗੱਲ ਕਰਦਾ ਹੈ ਸੋ ਇੱਕ ਚਾਈਲਡ ਇੰਡੀਅਨ ਸੈਂਸਸ ਦੇ ਮੁਤਾਬਿਕ ਉਹ ਹੈ ਜਿਹਦੀ ਉਮਰ 14 ਸਾਲ ਤੋਂ ਛੋਟੀ ਹੈ ਯੂਨੀਵਰਸਲ ਡੈਕਲੇਰੇਸ਼ਨ ਆਫ ਚਾਈਲਡ ਰਾਈਟਸ ਡਿਫਾਈਨ ਕਰਦਾ ਚਾਈਲਡ ਨੂੰ ਕੋਈ ਵੀ ਉਹ ਇਨਸਾਨ ਜਿਹਦੀ ਉਮਰ 18 ਤੋਂ ਨੀਚੇ ਹੈ unless majority is acquired earlier by legislation applicable to child ਕਹਿੰਦੇ ਜੇ ਕੋਈ ਹੋਰ ਲਾਅ ਜਿਵੇਂ ਕੋਈ ਕਸਟਮਰੀ ਲਾਅ ਜਿਵੇਂ ਮੁਸਲਿਮ ਉੱਤੇ ਅਪਲਾਈ ਹੁੰਦਾ ਹੈ ਸੋ ਉੱਥੇ ਥੋੜੀ ਛੋਟੀ ਏਜ ਨੂੰ ਹੀ ਆਪਾਂ ਮੈਜੋਰਿਟੀ ਮੰਨ ਲੈਂਦੇ ਹਾਂ ਸੋ ਅੰਟਿਲ ਐਂਡ ਅਨਲੈਸ ਕੋਈ ਹੋਰ ਪਰਸਨਲ ਕਸਟਮਰੀ ਲਾਅ ਮੈਜੋਰਿਟੀ 18 ਸਾਲ ਤੋਂ ਘੱਟ ਕਹਿ ਰਿਹਾ ਤਾਂ ਉੱਥੇ ਆਪਾਂ ਉਹਦੇ ਵੱਲ ਜਾਵਾਂਗੇ ਅਦਰਵਾਈਜ਼ ਜਿੱਥੇ ਕੋਈ ਵੀ ਏਜ ਮੈਂਸ਼ਨ ਨਹੀਂ ਹੈ ਉੱਥੇ ਆਪਾਂ UDCR ਯੂਨੀਵਰਸਲ ਡੈਕਲੇਰੇਸ਼ਨ ਆਫ ਚਾਈਲਡ ਰਾਈਟ ਦੇ ਅਨੁਸਾਰ ਉਸ ਹਰ ਇੱਕ ਹਿਊਮਨ ਬੀਇੰਗ ਨੂੰ ਚਾਈਲਡ ਮੰਨਾਂਗੇ ਬੱਚਾ ਮੰਨਾਂਗੇ ਜਿਹਦੀ ਉਮਰ ਹਜੇ 18 ਸਾਲ ਦੀ ਨਹੀਂ ਹੋਈ ਸੋ ਸੈਂਸਸ ਦੇ ਮੁਤਾਬਿਕ 14 ਤੇ ਇੰਟਰਨੈਸ਼ਨਲ ਕਨਵੈਨਸ਼ਨ ਜਿਹੜੀ ਡੈਕਲੇਰੇਸ਼ਨ ਹੈ ਇਹਦੇ ਅਨੁਸਾਰ 18 ਤੇ ਜੋ ਕੋਈ ਵੀ ਇਸ ਏਜ ਦੇ ਨੀਚੇ ਆਉਂਦਾ ਜੋ ਕੋਈ ਵੀ ਚਾਈਲਡ ਹੈ ਉਹਦੇ ਕੁਝ ਆਪਣੀਆਂ ਜ਼ਰੂਰਤਾਂ ਨੇ ਆਪਣੇ ਰਾਈਟਸ ਨੇ ਜਿਨ੍ਹਾਂ ਨੂੰ ਪੂਰਾ ਕਰਨਾ ਆਪਣਾ ਫਰਜ਼ ਬਣਦਾ ਹੈ ਇੰਡੀਅਨ ਪੀਨਲ ਕੋਡ ਦੀ ਜੇ ਗੱਲ ਕਰੀਏ ਆਪਾਂ ਤਾਂ ਉਹਦੇ ਵਿੱਚ ਰੈਕੋਗਨਾਈਜ਼ ਕੀਤਾ ਹੈ ਕਿ ਮਾਈਨਰ ਹੁੰਦੇ ਨੇ ਜਿਹੜੇ ਕਿ 7 ਸਾਲ ਤੋਂ ਛੋਟੇ ਨੇ ਤੇ ਚਿਲਡਰਨ ਵਿਦ ਮੈਂਟਲ ਡਿਸੇਬਿਲਿਟੀ ਅੰਡਰ ਏਜ ਆਫ 12 ਸੈਕਸ਼ਨ 83 ਗੱਲ ਕਰਦਾ ਹੈ ਸੋ ਬੱਚਿਆਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਦੇ ਹੋਏ IPC ਦੇ ਵਿੱਚ ਇੰਡੀਅਨ ਪੀਨਲ ਕੋਡ ਦੇ ਵਿੱਚ ਕਿਹਾ ਗਿਆ ਕਿ 12 ਸਾਲ ਤੋਂ ਛੋਟੀ ਉਮਰ ਦੇ ਬੱਚੇ ਜਿਹਨੂੰ ਮੈਂਟਲ ਡਿਸੇਬਿਲਿਟੀ ਹੈ ਕੋਈ ਤੇ 7 ਸਾਲ ਤੋਂ ਛੋਟਾ ਉਮਰ ਦੇ ਬੱਚਾ ਕੋਈ ਵੀ ਕ੍ਰਾਈਮ ਕਰਦੇ ਨੇ ਤਾਂ ਉਹਨਾਂ ਨੂੰ ਉਸ ਕ੍ਰਾਈਮ ਦੇ ਲਈ ਸਜ਼ਾ ਨਹੀਂ ਮਿਲੂਗੀ ਉਹਨਾਂ ਨੂੰ ਮਾਈਨਰ ਕਿਹਾ ਜਾਊਗਾ ਸੋ 21A ਆਰਟੀਕਲ ਪ੍ਰੋਟੈਕਟ ਕਰਦਾ ਬੱਚਿਆਂ ਦੇ ਜਿਹੜਾ ਐਜੂਕੇਸ਼ਨ ਦਾ ਰਾਈਟ ਹੈ ਕਿ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਕੰਪਲਸਰੀ ਫ੍ਰੀ ਐਜੂਕੇਸ਼ਨ ਮਿਲੂਗੀ ਦੈਨ ਚਾਈਲਡ ਲੇਬਰ ਪ੍ਰੋਟੈਕਸ਼ਨ ਐਕਟ ਆਪਣੇ ਕੋਲ ਜੁਵੀਨਲ ਜਸਟਿਸ ਕੇਅਰ ਐਕਟ ਹੈ ਸੋ ਇਹਦੇ ਵਿੱਚ ਬੱਚਿਆਂ ਦਾ ਦੱਸਿਆ ਹੋਇਆ ਕਿ ਏਜ ਕਿੰਨੀ ਹੈ ਸੋ ਉਸ ਤੋਂ ਬਾਅਦ ਕਿਉਂਕਿ ਜਦੋਂ ਆਪਾਂ ਏਜ ਦੇਖਦੇ ਹਾਂ ਫਿਰ ਏਜ ਦੇ ਨਾਲ ਜੋ ਚਾਈਲਡ ਕੈਟੇਗਰੀ 'ਚ ਆਉਂਦਾ ਕੋਈ ਵੀ ਹਿਊਮਨ ਬੀਇੰਗ ਤਾਂ ਉਹਦੇ ਨਾਲ ਕੁਝ ਰਾਈਟਸ ਜੁੜ ਜਾਂਦੇ ਨੇ
ਸੋ ਜੇ ਗੱਲ ਕਰੀਏ ਆਪਾਂ ਹਿਸਟਰੀ ਦੀ, ਤਾਂ ਚਿਲਡਰਨ ਨੂੰ ਹਮੇਸ਼ਾ ਤੋਂ ਪਹਿਲਾਂ ਸਮਾਲ ਐਡਲਟ ਮੰਨਿਆ ਜਾਂਦਾ ਸੀਗਾ ਤੇ ਕਦੇ ਵੀ ਇਹਨਾਂ ਦੇ ਜਿਹੜੇ ਰਾਈਟ ਸੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੀ। ਪਰ ਹੌਲੀ-ਹੌਲੀ ਜਿਵੇਂ ਵਰਲਡ ਵਾਰ 1 ਆਈ, ਸਭ ਤੋਂ ਪਹਿਲਾਂ ਉਦੋਂ ਬੱਚਿਆਂ ਦੇ ਰਾਈਟਸ ਵਾਲੀ ਜਿਹੜੀ ਗੱਲ ਹੈ, ਇਹ ਟੌਪਿਕ ਹੈ, ਇਹ ਬਾਹਰ ਆਇਆ ਤੇ ਇਸ ਕਨਸੈਪਟ ਨੇ ਆਪਣੀ ਇੱਕ ਜਗ੍ਹਾ ਬਣਾਈ। ਸੋ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਤੇ ਅਲੱਗ-ਅਲੱਗ ਇਵੈਂਟਸ ਦੇ ਨਾਮ ਹੋਣਗੇ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਚਾਈਲਡ ਰਾਈਟ, ਚਿਲਡਰਨ ਐਟ ਵਰਕ ਤੇ ਜਿਹੜੀ ਰਾਈਟ ਟੂ ਐਜੂਕੇਸ਼ਨ ਹੈ ਚਿਲਡਰਨ ਦਾ, ਇਹ ਦੋ ਚੀਜ਼ਾਂ ਪਹਿਲੀ ਵਾਰੀ ਵਰਲਡ ਵਾਰ 1 ਦੇ ਦੌਰਾਨ ਆਈਆਂ ਸੀ। ਫਰਵਰੀ 28 1924 ਦੇ ਵਿੱਚ ਇੰਟਰਨੈਸ਼ਨਲ ਸੇਵ ਦ ਚਿਲਡਰਨ ਯੂਨੀਅਨ ਨੇ ਇੰਡੋਰਸ ਕੀਤੀ ਸੀ ਇੱਕ ਡੈਕਲੇਰੇਸ਼ਨ ਚਾਈਲਡ ਰਾਈਟਸ ਦੀ ਆਪਣੀ 5ਵੀਂ ਜਨਰਲ ਸੈਸ਼ਨ ਦੇ ਵਿੱਚ। ਰਿਪੋਰਟ ਨੂੰ ਫਿਰ ਲੀਗ ਆਫ ਨੇਸ਼ਨ ਦੇ ਅੱਗੇ ਰੱਖਿਆ, ਜਿਹਨੂੰ ਜੀਨੀਵਾ ਡੈਕਲੇਰੇਸ਼ਨ ਦੇ ਵਿੱਚ ਅਪਰੂਵ ਕੀਤਾ ਗਿਆ 26 ਸਤੰਬਰ 1924 ਨੂੰ, ਤੇ ਇਹਨੂੰ ਨਾਮ ਦਿੱਤਾ ਗਿਆ ਹਿਊਮੈਨਿਟੀ ਮਸਟ ਡੂ ਇਟਸ ਬੈਸਟ ਫॉर द ਚਿਲਡਰਨ, ਕਿ ਇਨਸਾਨੀਅਤ ਦੇ ਨਾਤੇ ਬੱਚਿਆਂ ਦੇ ਲਈ ਆਪਾਂ ਨੂੰ ਹਮੇਸ਼ਾ ਬੈਸਟ ਕਦਮ ਚੱਕਣੇ ਚਾਹੀਦੇ ਨੇ। ਲੀਗ ਆਫ ਨੇਸ਼ਨ ਇਵੈਂਚੁਅਲੀ ਯੂਨਾਈਟਿਡ ਨੇਸ਼ਨ ਬਣ ਗਈ। ਜੀਨੀਵਾ ਡੈਕਲੇਰੇਸ਼ਨ ਨੇ ਐਨਾਲਾਈਜ਼ ਕੀਤਾ ਕਿ ਜਿਹੜੇ ਬੱਚਿਆਂ ਦੀ ਵੈਲਬੀਂਗ ਹੈ ਉਹਦੇ ਲਈ ਅਲੱਗ ਤੋਂ ਇਸ ਡੈਕਲੇਰੇਸ਼ਨ ਦੇ ਵਿੱਚ 5 ਚੈਪਟਰ ਐਡ ਕੀਤੇ, ਜਿਹਦੇ ਵਿੱਚ ਕਿਹੜੇ-ਕਿਹੜੇ ਰਾਈਟਸ ਦੀ ਗੱਲ ਹੋਈ ਬੱਚਿਆਂ ਦੀ। ਸੋ ਇਹ ਰਾਈਟਸ ਇੰਪੋਰਟੈਂਟ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਰਾਈਟਸ ਸਭ ਤੋਂ ਪਹਿਲੀ ਵਾਰੀ ਐਡ ਕੀਤੇ ਸੀ ਇੰਟਰਨੈਸ਼ਨਲ ਕਨਵੈਨਸ਼ਨਸ ਦੇ ਵਿੱਚ, ਡੈਕਲੇਰੇਸ਼ਨ ਦੇ ਵਿੱਚ। ਸੋ ਯੂਨਾਈਟਿਡ ਨੇਸ਼ਨ ਨੇ ਪਹਿਲੀ ਵਾਰੀ ਬੱਚਿਆਂ ਦੇ 5 ਰਾਈਟਸ ਨੂੰ ਦੇਖਿਆ ਸੀ, 5 ਅਲੱਗ-ਅਲੱਗ ਚੈਪਟਰ ਬਣਾਏ ਸੀ। ਰਾਈਟ ਟੂ ਗਰੋਥ, ਸਪੋਰਟ, ਰਿਲੀਫ, ਪ੍ਰੋਟੈਕਸ਼ਨ, ਐਡਲਟ ਰਿਸਪੌਂਸਿਬਿਲਿਟੀ। ਸੋ ਪਹਿਲੀ ਵਾਰੀ ਜੀਨੀਵਾ ਡੈਕਲੇਰੇਸ਼ਨ ਨੇ ਐਕਨੋਲੇਜ ਕੀਤਾ, ਅਫਰਮ ਕੀਤਾ ਕਿ ਬੱਚਿਆਂ ਦੇ ਕੁਝ ਸਪੈਸ਼ਲ ਰਾਈਟਸ ਨੇ ਵੱਡਿਆਂ ਨਾਲੋਂ, ਐਡਲਟਸ ਨਾਲੋਂ ਵੱਖ, ਕਿਉਂਕਿ ਆਪਾਂ ਨੇ ਪੜ੍ਹਿਆ ਬੱਚੇ ਵਲਨਰੇਬਲ ਨੇ, ਆਪਣੀ ਦੇਖ-ਰੇਖ ਖੁਦ ਨਹੀਂ ਕਰ ਸਕਦੇ। ਸੋ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਦੇ ਲਈ ਆਪਾਂ ਨੂੰ ਅਲੱਗ ਤੋਂ ਧਿਆਨ ਦੇਣਾ ਚਾਹੀਦਾ। Based on the work of Polish physician Januszek Korczak, the Geneva Declaration was first international human rights declaration to particularly address the rights of children. Very, very important for exam papers. ਤੁਹਾਨੂੰ ਸਿੱਧਾ ਸਿੱਧਾ question ਆ ਸਕਦਾ ਹੈ, which of the following international declaration or convention first addressed children's right, child rights? ਤੁਹਾਨੂੰ ਪਤਾ ਹੋਣਾ ਚਾਹੀਦਾ ਇਹਦਾ ਨਾਮ, ਜੀਨੀਵਾ ਡੈਕਲੇਰੇਸ਼ਨ। ਸੋ ਬੱਚਿਆਂ ਦੇ ਰਾਈਟਸ ਕਿਹੜੇ-ਕਿਹੜੇ ਨੇ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਆ, ਇੱਥੇ ਰਿਪੀਟ ਹੋ ਰਿਹਾ। ਸਰਵਾਈਵਲ ਰਾਈਟਸ, ਸਰਵਾਈਵਲ ਮਤਲਬ ਜ਼ਿੰਦਾ ਰਹਿਣ ਦੇ ਲਈ, ਉਹਨਾਂ ਨੂੰ ਖਾਣਾ ਮਿਲੇ, ਘਰ ਮਿਲੇ, ਰੋਟੀ, ਕੱਪੜਾ, ਮਕਾਨ, ਨਾਲ ਉਹਨਾਂ ਨੂੰ ਮੈਡੀਕਲ ਟਰੀਟਮੈਂਟ। ਡਿਵੈਲਪਮੈਂਟ, ਉਹਨਾਂ ਦੀ ਕੋਗਨੀਟਿਵ ਹਰ ਤਰੀਕੇ ਜਿਹੜੀ ਡਿਵੈਲਪਮੈਂਟ ਹੈ, ਬਾਇਓਲੋਜੀਕਲ, ਮੈਂਟਲ, ਫਿਜ਼ੀਕਲ, ਉਹਦਾ ਧਿਆਨ ਦਿੱਤਾ ਜਾਵੇ। ਪਾਰਟਿਸਿਪੇਟ ਕਰਵਾਓ, ਆਪਣੇ ਆਪ ਨੂੰ ਸੋਸਾਇਟੀ ਦੇ ਵਿੱਚੋਂ ਕਿਵੇਂ ਐਕਸਪ੍ਰੈਸ ਕਰਦੇ ਨੇ ਉਹਦਾ ਧਿਆਨ ਰੱਖਣਾ ਹੈ। ਬੱਚਿਆਂ ਨੂੰ ਕਿਸੇ ਵੀ ਤਰੀਕੇ ਦੇ ਨਿਗਲੈਕਟ, ਅਬਿਊਜ਼ ਤੋਂ, ਜੋ ਆਪਾਂ ਪਿਛਲੇ ਚੈਪਟਰਸ ਦੇ ਵਿੱਚ ਪੜ੍ਹ ਚੁੱਕੇ ਹਾਂ, ਜਿਵੇਂ ਚਾਈਲਡ ਲੇਬਰ ਹੋ ਗਈ, ਅਬਿਊਜ਼, ਮੈਂਟਲ, ਸੈਕਸ਼ੂਅਲ ਹਰਾਸਮੈਂਟ, ਹਰ ਚੀਜ਼ ਤੋਂ ਬਚਾ ਕੇ ਰੱਖਣਾ। ਸੋ ਐਂਟੀ ਸੋਸ਼ਲ ਬਿਹੇਵੀਅਰ ਉਹਨਾਂ ਦਾ ਨਾ ਬਣੇ, ਬੱਚੇ ਸੇਫ ਫੀਲ ਕਰਨ ਆਪਣੇ ਆਲੇ ਦੁਆਲੇ, ਆਪਣੇ ਘਰ ਵਿੱਚ, ਸਕੂਲ ਵਿੱਚ, ਬਾਹਰ। ਸੋ ਪ੍ਰੋਟੈਕਸ਼ਨ ਰਾਈਟਸ ਇੰਪੋਰਟੈਂਟ ਹੈ। ਹੁਣ ਕਿੱਥੇ ਕਿੱਥੇ ਚਿਲਡਰਨ ਰਾਈਟਸ ਦੀ ਪ੍ਰੋਟੈਕਸ਼ਨ ਦੀ ਗੱਲ ਹੋ ਰਹੀ ਹੈ। ਸੋ ਇਹ ਰੈਪੀਟੇਟਿਵ ਹੈ, ਇੱਕ ਵਾਰੀ ਮੈਂ ਤੁਹਾਨੂੰ ਹੈਡਸ ਦਿਖਾ ਦਿੰਦੀ ਹਾਂ। ਸੰਵਿਧਾਨ ਦੇ ਅੰਦਰ ਇਹ ਸਾਰੇ ਆਰਟੀਕਲਸ, ਦੈਨ ਆਪਾਂ ਨੂੰ ਪਤਾ ਹੈ ਆਪਣੇ ਕੋਲ ਸਟੇਟ ਤੇ ਨੈਸ਼ਨਲ ਲੈਵਲ ਦੇ ਕਮਿਸ਼ਨ ਨੇ ਚਾਈਲਡ ਰਾਈਟ ਪ੍ਰੋਟੈਕਸ਼ਨ ਦੇ, ਜਿਹੜੇ ਕਿ ਚਾਈਲਡ ਰਾਈਟ ਐਕਟ ਚੋਂ ਨਿਕਲੇ ਨੇ। ਜੁਵੀਨਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਐਕਟ ਹੈ, ਜਿਹਨੂੰ ਆਪਾਂ ਡੀਟੇਲ ਦੇ ਵਿੱਚ ਦੇਖਣਾ ਹੈ। ਪੋਸਕੋ ਐਕਟ ਹੈ 2012 ਦਾ। ਸੋ ਸੈਕਸ਼ੂਅਲ ਅਸੌਲਟ ਜਿਹੜੇ ਛੋਟੇ ਬੱਚਿਆਂ ਨਾਲ ਹੁੰਦਾ ਉਹਦੇ ਬਾਰੇ ਗੱਲ ਕਰਦਾ। ਅਲੱਗ ਤੋਂ ਇਹਦੇ ਵਿੱਚ ਕ੍ਰਾਈਮ ਬਣਾਇਆ ਹੋਇਆ ਸੈਕਸ਼ੂਅਲ ਅਬਿਊਜ਼ ਨੂੰ, ਅਲੱਗ ਤੋਂ ਕੋਰਟਸ ਨੇ ਜਿਹੜੀਆਂ ਕਿ ਫਾਸਟ ਟਰੈਕ ਕਰਦੀਆਂ ਨੇ ਇਹ ਕੇਸਿਸ ਨੂੰ। ਦੈਨ 21A ਦੇ ਅੰਦਰ ਆਪਾਂ ਤੁਹਾਨੂੰ 86th ਅਮੈਂਡਮੈਂਟ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਕਿੰਨਵੀਂ ਅਮੈਂਡਮੈਂਟ ਕਿਹੜੇ ਸਾਲ ਦੀ, ਕਿਹੜਾ ਆਰਟੀਕਲ ਐਡ ਕੀਤਾ ਹੈ ਕੰਪਲਸਰੀ ਐਜੂਕੇਸ਼ਨ ਦੇ ਲਈ। ਸੋ 2009 ਦਾ ਇਹ ਐਕਟ ਹੈ। 21A, ਮੈਂ ਬਾਰ-ਬਾਰ ਰਿਪੀਟ ਕਰਦੀ ਹਾਂ, ਇਸ ਆਰਟੀਕਲ ਨੂੰ ਘੱਟੋ ਘੱਟ ਮੈਂ ਤੁਹਾਨੂੰ 10 ਤੋਂ 15 ਵਾਰੀ ਹੁਣ ਤੱਕ ਇਹਨੂੰ ਸਟਾਰ ਮਾਰਕ ਕਰਵਾ ਚੁੱਕੀ। ਇਹ ਤੁਹਾਡਾ ਗਲਤ ਨਹੀਂ ਹੋਣਾ ਚਾਹੀਦਾ ਤੇ ਪੇਪਰ 'ਚ ਡੈਫੀਨੇਟਲੀ ਆ ਸਕਦਾ ਹੈ। ਦੈਨ ਚਾਈਲਡ ਲੇਬਰ ਐਕਟ ਹੈ 2016 ਦਾ। ਇਹਨੇ ਜਿਹੜਾ ਪਹਿਲਾਂ 1986 ਦਾ ਐਕਟ ਸੀ ਉਹਨੂੰ ਰਿਵਾਈਜ਼ ਕੀਤਾ। ਦੈਨ ਇਹ ਸਾਰੇ ਜਿਹੜੇ ਐਕਟ ਨੇ ਉਰੇ ਸਿਰਫ ਮੈਂ ਤੁਹਾਨੂੰ ਲਿਸਟ ਦਿਖਾ ਰਹੀ ਹਾਂ ਕਿ ਚਾਈਲਡ ਪ੍ਰੋਟੈਕਸ਼ਨ ਦੇ ਲਈ, ਚਾਈਲਡ ਰਾਈਟਸ ਲਈ ਕਿਹੜੇ-ਕਿਹੜੇ ਆਪਣੇ ਕੋਲ ਚੀਜ਼ਾਂ ਨੇ। ਇਹਨਾਂ ਨੂੰ ਆਪਾਂ 1 ਬਾਏ 1 ਅੱਗੇ ਜਾ ਕੇ ਡੀਟੇਲ ਦੇ ਵਿੱਚ ਦੇਖਣਾ ਹੈ, ਕਿਉਂਕਿ ਅਲੱਗ ਤੋਂ ਸਿਲੇਬਸ 'ਚ ਮੈਂਸ਼ਨ ਹੈ। ਸੋ ਜਿਹੜੀ ਇੰਟਰਨੈਸ਼ਨਲ ਕਨਵੈਨਸ਼ਨ ਹੈ, ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਰਾਈਟਸ ਆਫ ਚਿਲਡਰਨ,
ਇਹਨੂੰ ਅਪਰੂਵ ਕੀਤਾ ਸੀ UN ਜਨਰਲ ਅਸੈਂਬਲੀ ਨੇ 1989 ਦੇ ਵਿੱਚ। ਇੰਡੀਆ ਨੇ ਵੀ ਇਹਨੂੰ ਰੈਟੀਫਾਈ ਕੀਤਾ ਸੀ, ਸਾਈਨ ਕੀਤਾ ਸੀ। ਤੇ ਜੋ ਜੋ ਇੱਥੇ ਗੱਲਾਂ ਕਹੀਆਂ ਗਈਆਂ ਨੇ ਚਾਈਲਡ ਰਾਈਟਸ ਨੂੰ ਲੈ ਕੇ, ਉਹ ਸਾਰੀਆਂ ਭਾਰਤ ਮੰਨਦਾ ਹੈ। ਸੋ ਇਹਦੇ ਅਨੁਸਾਰ ਰਾਈਟਸ ਤੇ ਜਿਹੜੇ ਫਰੀडम ਹੈ ਉਹ ਦੇਣੀ ਚਾਹੀਦੀ ਹੈ ਹਰ ਇੰਡੀਵਿਜੂਅਲ ਨੂੰ ਜੋ 18 ਸਾਲ ਤੋਂ ਨੀਚੇ ਹੈ, ਨੋ ਮੈਟਰ ਉਹਨਾਂ ਦਾ ਰੇਸ ਕੀ ਹੈ, ਕਲਰ ਕੀ ਹੈ, ਜੈਂਡਰ ਕੀ ਹੈ, ਕਿਹੜੀ ਭਾਸ਼ਾ ਬੋਲਦੇ ਨੇ, ਕਿਹੜੇ ਧਰਮ ਤੋਂ ਨੇ, ਓਪੀਨੀਅਨ ਕੀ ਹੈ, ਓਰੀਜਨ, ਮਨੀ, ਬਰਥ ਸਟੇਟਸ, ਐਪਟੀਟਿਊਡ, ਸੋ ਅਪਲਾਈ ਟੂ एवरीवन एवरीवेयर। ਸੋ ਕਿਸੇ ਵੀ ਤਰੀਕੇ ਦੀ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ। ਦੈਨ ਆਰਟੀਕਲ 16 ਇਹਦਾ ਗੱਲ ਕਰਦਾ ਹੈ ਕਿ ਕਿਸੇ ਵੀ ਚਾਈਲਡ ਨੂੰ ਆਪਾਂ ਨੇ ਉਹਦੀ ਪ੍ਰਾਈਵੇਸੀ ਦੇ ਵਿੱਚ ਇੰਟਰਫੇਅਰ ਨਹੀਂ ਕਰਨਾ, ਫੈਮਿਲੀ ਕਮਿਊਨੀਕੇਸ਼ਨ, ਕੋਈ ਅਨਲੌਫੁਲ ਅਟੈਕ ਨਹੀਂ ਕਰਨਾ ਔਨਰ ਜਾਂ ਕੈਰੈਕਟਰ ਉੱਤੇ। ਸੋ ਲੀਗਲ ਰਾਈਟ ਦਿੱਤਾ ਗਿਆ ਕਿ ਬੱਚਿਆਂ ਨੂੰ ਪ੍ਰੋਟੈਕਟ ਕਰਕੇ ਰੱਖਣਾ ਕਿਸੇ ਵੀ ਤਰੀਕੇ ਦੀ ਇੰਟਰਫੇਰੈਂਸ ਤੋਂ। ਆਰਟੀਕਲ 40 ਇਸੇ ਕਨਵੈਨਸ਼ਨ ਦਾ ਗੱਲ ਕਰਦਾ ਹੈ ਕਿ ਪ੍ਰਾਈਵੇਸੀ ਆਫ ਚਾਈਲਡ ਅਕਿਊਜ਼ਡ ਆਫ ਵਾਇਲੇਟਿੰਗ ਦ ਲਾਅ ਮਸਟ ਬੀ ਪ੍ਰੋਟੈਕਟਡ ਐਟ ਆਲ ਸਟੇਜਸ ਆਫ ਪ੍ਰੋਸੀਜਰ। 2005 ਦੇ ਵਿੱਚ ਭਾਰਤ ਸਰਕਾਰ ਨੇ ਜਿਹੜੇ 2 ਆਪਸ਼ਨ ਪ੍ਰੋਟੋਕਾਲ ਸੀ UNCRC ਦੀਆਂ, ਇਹਨੂੰ ਐਕਸੈਪਟ ਕਰਕੇ ਇਨਵੋਲਵਮੈਂਟ ਕੀਤੀ ਸੀ ਜੂਵੀਨਾਈਲਸ ਦੀ ਇਨ ਆਰਮਡ ਕਨਫਲਿਕਟ, ਸੇਲ, ਪ੍ਰੋਸਟੀਟਿਊਸ਼ਨ, ਪੋਰਨੋਗ੍ਰਾਫੀ ਆਫ ਚਿਲਡਰਨ। ਸੋ ਇਹ 2 ਚੀਜ਼ਾਂ ਨੂੰ ਲੈ ਕੇ ਭਾਰਤ ਸਰਕਾਰ ਨੇ ਨੈਸ਼ਨਲ ਪਾਲਿਸੀ ਤੇ ਪ੍ਰੋਸੀਜਰ ਨੂੰ ਸਟਰੋਂਗ ਕੀਤਾ ਕਿ ਇਹਨਾਂ ਚੀਜ਼ਾਂ ਦੇ ਲਈ ਨਾ ਤਾਂ ਛੋਟੇ ਬੱਚਿਆਂ ਨੂੰ ਆਰਮਡ ਕਨਫਲਿਕਟ ਵਿੱਚ ਤੁਸੀਂ ਕਿਸੇ ਲੜਾਈ ਵਿੱਚ ਲਗਾ ਸਕਦੇ ਹੋ, ਨਾ ਸੇਲ, ਪ੍ਰੋਸਟੀਟਿਊਸ਼ਨ ਤੇ ਪੋਰਨੋਗ੍ਰਾਫੀ ਦੇ ਲਈ। ਸੋ ਇਹਨਾਂ ਦੋਨਾਂ ਦੇ ਲਈ ਸਟ੍ਰਿਕਟ ਲਾਜ਼ ਬਣਾਏ, ਪ੍ਰੋਸੀਜਰ ਬਣਾਏ ਸੋ ਦੈਟ ਬੱਚਿਆਂ ਦੀ ਅਬਿਊਜ਼ ਜਾਂ ਐਕਸਪਲੋਇਟੇਸ਼ਨ ਨਾ ਹੋ ਸਕੇ। ਸੋ ਇਹ ਸੀ ਆਪਣਾ ਟੌਪਿਕ ਚਾਈਲਡ ਰਾਈਟਸ ਦਾ। ਸੋ ਨੈਕਸਟ ਹੈ ਨੈਸ਼ਨਲ ਕਮਿਸ਼ਨ ਫॉर ਪ੍ਰੋਟੈਕਸ਼ਨ ਆਫ ਚਾਈਲਡ ਰਾਈਟ NCPCR। ਸੋ ਇਹ ਜਿਹੜਾ NCPCR ਹੈ ਇਹ ਗੱਲ ਕਰਦਾ ਚਾਈਲਡ ਪ੍ਰੋਟੈਕਸ਼ਨ ਦੀ। ਆਪਾਂ ਨੂੰ ਪਤਾ ਭਾਰਤ ਦੇ ਅੰਦਰ ਆਪਾਂ ਇਹਦੇ ਬਾਰੇ ਪੜ੍ਹ ਚੁੱਕੇ ਹਾਂ। ਹੁਣ ਜੇ ਆਪਾਂ ਗੱਲ ਕਰੀਏ ਸਿੰਪਲ ਡੈਫੀਨੇਸ਼ਨ ਦੀ ਚਾਈਲਡ ਪ੍ਰੋਟੈਕਸ਼ਨ ਕੀ ਹੈ, ਇਹਦੇ ਬਾਰੇ ਕਿੱਥੇ ਕਿੱਥੇ ਗੱਲ ਕੀਤੀ ਗਈ ਹੈ। ਸੋ ਇੰਟਰਨੈਸ਼ਨਲ ਲਾਅ ਦੀ ਜੇ ਗੱਲ ਕਰੀਏ ਤਾਂ ਆਰਟੀਕਲ 1 ਹੈ ਜਿਹੜਾ CRC ਦਾ, ਉਹ ਕਹਿੰਦਾ ਕਿ ਚਾਈਲਡ ਦਾ ਮਤਲਬ ਹੈ ਕੋਈ ਵੀ ਹਿਊਮਨ ਬੀਇੰਗ ਜਿਹੜਾ 18 ਸਾਲ ਤੋਂ ਨੀਚੇ ਹੈ, ਅਨਲੈਸ ਉੱਥੇ ਕੋਈ ਮੈਜੋਰਿਟੀ ਲਾਅ ਅਪਲਾਈ ਹੁੰਦਾ ਹੋਵੇ, ਕੋਈ ਕਸਟਮਰੀ ਲਾਅ ਅਪਲਾਈ ਹੁੰਦਾ ਹੋਵੇ। ਸੋ ਚਾਈਲਡ ਨੂੰ ਡਿਫਾਈਨ ਕੀਤਾ ਗਿਆ ਭਾਰਤ ਦੇ ਅੰਦਰ ਵੀ ਕਈ ਸਾਰੇ ਲਾਅ ਦੇ ਅੰਦਰ 18 ਸਾਲ ਤੋਂ ਨੀਚੇ ਦੀ ਏਜ ਵਿੱਚ। ਸੋ ਚਾਈਲਡ ਕਿੱਥੇ ਕਿੱਥੇ 18 ਤੋਂ ਨੀਚੇ ਹੈ। ਸੋ ਇਹ 3 ਇੰਪੋਰਟੈਂਟ ਲਾਜ਼ ਨੇ। ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 2015 JJ ਐਕਟ ਕਹਿੰਦੇ ਆ। ਨੈਸ਼ਨਲ ਪਾਲਿਸੀ ਫॉर ਚਿਲਡਰਨ, ਪ੍ਰੋਟੈਕਸ਼ਨ ਆਫ ਚਿਲਡਰਨ ਫਰੋਮ ਸੈਕਸ਼ੂਅਲ ਆਫੈਂਸਿਸ ਐਕਟ 2012। ਸੋ ਇਹ ਸਾਰੇ ਗੱਲ ਕਰਦੇ ਨੇ ਕਿ ਜਿਹੜਾ ਚਾਈਲਡ ਹੈ ਉਹ ਕੋਈ ਵੀ ਹਿਊਮਨ ਬੀਇੰਗ ਹੈ ਜਿਹੜਾ 18 ਤੋਂ ਨੀਚੇ ਦੀ ਏਜ ਦਾ ਹੈ। ਸੋ ਚਾਈਲਡ ਪ੍ਰੋਟੈਕਸ਼ਨ ਦਾ ਮਤਲਬ ਹੈ ਬੱਚੇ ਨੂੰ ਕਿਸੇ ਵੀ ਤਰੀਕੇ ਦੀ ਵਾਇਲੈਂਸ, ਐਕਸਪਲੋਇਟੇਸ਼ਨ, ਅਬਿਊਜ਼ ਜਾਂ ਨਿਗਲੈਕਟ ਤੋਂ ਬਚਾਉਣਾ। ਆਰਟੀਕਲ 19 ਹੈ ਜਿਹੜਾ, ਆਰਟੀਕਲ ਨੰਬਰ ਤੁਹਾਨੂੰ ਐਜ਼ ਇਟ ਇਜ਼ ਯਾਦ ਹੋਣੇ ਚਾਹੀਦੇ ਨੇ, ਜਿਹੜੇ ਵੀ ਸਪੈਸ਼ਲੀ ਮੈਂ ਹਾਈਲਾਈਟ ਕੀਤੇ ਹੋਏ ਆ। ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਰਾਈਟ ਆਫ ਚਿਲਡਰਨ ਦਾ ਇਹ ਗੱਲ ਕਰਦਾ ਹੈ ਕਿ ਬੱਚੇ ਨੂੰ ਪ੍ਰੋਟੈਕਟ ਕਰਨਾ ਜ਼ਰੂਰੀ ਹੈ, ਆਪਣੀ ਜ਼ਿੰਮੇਵਾਰੀ ਹੈ, ਘਰ ਦੇ ਅੰਦਰ ਵੀ ਘਰ ਤੋਂ ਬਾਹਰ ਵੀ। ਸੋ ਇਹ ਇੰਪੋਰਟੈਂਟ ਹੈ, ਇਨ ਐਂਡ ਆਊਟ ਆਫ ਦ ਹੋਮ। ਸੋ ਪੇਪਰਸ ਤੁਹਾਨੂੰ ਕਨਫਿਊਜ਼ ਕਰਨ ਲਈ ਡੈਫੀਨੇਟਲੀ ਕੁਐਸਚਨ ਆ ਸਕਦਾ ਹੈ ਕਿ ਐਜ਼ ਪਰ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਰਾਈਟ ਆਫ ਚਾਈਲਡ ਆਰਟੀਕਲ 19 a child should be protected within the house only, outside the house only, both A and B, none। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਉੱਥੇ ਆਪਸ਼ਨ ਹੋਊਗੀ both A and B। ਸੋ ਘਰ ਦੇ ਅੰਦਰ ਵੀ ਘਰ ਤੋਂ ਬਾਹਰ ਵੀ। ਯੂਨੀਸੈਫ ਡਿਫਾਈਨ ਕਰਦਾ ਹੈ ਚਾਈਲਡ ਪ੍ਰੋਟੈਕਸ਼ਨ ਸਿਸਟਮ ਨੂੰ ਕਿ ਕੌਣ ਜ਼ਿੰਮੇਵਾਰ ਹੈ ਚਾਈਲਡ ਨੂੰ ਪ੍ਰੋਟੈਕਟ ਕਰਨ ਦੇ ਲਈ। ਸੋ ਲਾਜ਼ ਪਹਿਲਾਂ ਤਾਂ ਦੇਸ਼ ਦੇ ਕਾਨੂੰਨ, ਪਾਲਿਸੀਆਂ, ਰੈਗੂਲੇਸ਼ਨ, ਸਕੀਮਾਂ ਤੇ ਹਰ ਤਰੀਕੇ ਦੇ ਸੋਸ਼ਲ ਸੈਕਟਰ ਨੂੰ ਕਵਰ ਕਰਨਾ। ਬੱਚੇ ਦੀ ਪ੍ਰੋਟੈਕਸ਼ਨ ਦਾ ਮਤਲਬ ਹੈ ਕਿ ਉਹਨੂੰ ਸੋਸ਼ਲ ਵੈਲਫੇਅਰ, ਐਜੂਕੇਸ਼ਨ, ਹੈਲਥ, ਸਿਕਿਉਰਿਟੀ, ਜਸਟਿਸ, ਹਰ ਤਰੀਕੇ ਦੀ ਪ੍ਰੋਟੈਕਸ਼ਨ ਦੇਣੀ ਹੈ। ਸੋ 5 ਕੀ ਪ੍ਰਿੰਸੀਪਲਸ ਨੇ ਚਾਈਲਡ ਕੇਅਰ ਦੇ, ਜਿਹਨੂੰ ਆਪਾਂ 5 P's ਵੀ ਕਹਿ ਦਿੰਦੇ ਹਾਂ। ਪ੍ਰੀਵੈਂਸ਼ਨ, ਪੈਰਾਮਾਊਂਟਸੀ, ਪਾਰਟਨਰਸ਼ਿਪ, ਪ੍ਰੋਟੈਕਸ਼ਨ ਤੇ ਪੇਰੈਂਟਲ ਰਿਸਪੌਂਸਿਬਿਲਿਟੀ। ਸੋ ਲਾਅ ਕੀ ਹੈ ਬਰੀਫ ਦੇ ਵਿੱਚ ਆਪਾਂ ਦੇਖਦੇ ਹਾਂ ਕਿੱਥੇ ਬੱਚਿਆਂ ਨੂੰ ਰਿਕਰੂਟ ਤੇ ਯੂਜ਼ ਨਹੀਂ ਕੀਤਾ ਜਾ ਸਕਦਾ। ਸੋ ਮੇਨਲੀ ਕਿਉਂਕਿ ਪ੍ਰੋਟੈਕਸ਼ਨ ਆਪਾਂ ਇਸੇ ਚੀਜ਼ ਵੱਲ ਦੇਖਦੇ ਹਾਂ। ਸੈਕਸ਼ਨ 83 ਹੈ ਜਿਹੜਾ ਜੁਵੇਨਾਈਲ ਜਸਟਿਸ ਐਕਟ ਦਾ, ਉਹ ਕਹਿ ਰਿਹਾ ਕੋਈ ਵੀ ਸੈਂਟਰ ਦੀ ਸਰਕਾਰ, ਕੋਈ ਵੀ ਹੋਰ ਸਰਕਾਰ ਹੈ ਜਿਹੜੀ, ਚਾਹੇ ਕੋਈ ਨੌਨ ਸਟੇਟ ਹੈ, ਕੋਈ ਸੈਲਫ ਸਟਾਈਲ ਮਿਲੀਟੈਂਟ ਗਰੁੱਪ ਹੈ, ਕਿਸੇ ਵੀ ਬੱਚੇ ਨੂੰ ਰਿਕਰੂਟ ਨਹੀਂ ਕਰ ਸਕਦਾ ਮਿਲੀਟੈਂਟ ਪਰਪਸ ਦੇ ਲਈ, ਕਿਸੇ ਲੜਾਈ ਦੇ ਪਰਪਸ ਦੇ ਲਈ। ਸੋ ਜੇ ਕੋਈ ਕਰਦਾ ਤਾਂ ਉੱਥੇ ਜਿਹੜੀ ਕੋਈ ਸਰਕਾਰ ਇਸ ਟਾਈਪ ਦੇ ਬੱਚਿਆਂ ਨੂੰ ਰਿਕਰੂਟ ਕਰ ਰਹੀ ਹੈ ਤਾਂ ਰੀਗਰੈਸ ਇੰਪ੍ਰਿਜ਼ਨਮੈਂਟ ਹੋਊਗੀ ਫॉर ਅ ਟਰਮ ਜਿਹੜੀ ਕਿ 7 ਸਾਲ ਤੱਕ ਹੋ ਸਕਦੀ ਹੈ। ਸ਼ੈਲ ਆਲਸੋ ਬੀ ਲਾਇਬਲ ਟੂ ਫਾਈਨ ਆਫ 5 ਲੱਖ ਰੁਪੀਜ਼। ਸੋ ਇਹ ਸਜ਼ਾ ਹੋਊਗੀ ਸੈਕਸ਼ਨ 83 ਦੇ ਅੰਡਰ JJ ਐਕਟ। ਦੈਨ ਆਰਟੀਕਲ 21 ਕਹਿੰਦਾ ਹਰ ਕਿਸੇ ਨੂੰ ਰਾਈਟ ਹੈ ਲਾਈਫ ਦੀ ਲਿਬਰਟੀ ਦਾ ਆਪਾਂ ਪੜ੍ਹ ਚੁੱਕੇ ਹਾਂ। ਤੁਸੀਂ ਬੱਚਿਆਂ ਨੂੰ ਡਿਪਰਾਈਵ ਨਹੀਂ ਕਰ ਸਕਦੇ, ਉਹਨਾਂ ਦਾ ਸਹੀ ਭਵਿੱਖ ਹੋ ਗਿਆ, ਉਹਨਾਂ ਦਾ ਬਚਪਨ ਹੋ ਗਿਆ, ਕੋਈ ਨਿਗਲੈਕਟ ਅਬਿਊਜ਼ ਨਹੀਂ ਕਰ ਸਕਦੇ। ਆਰਟੀਕਲ 22 ਕਹਿ ਰਿਹਾ ਕਿ ਕਿਸੇ ਨੂੰ ਡਿਟੇਨ ਨਹੀਂ ਕਰ ਸਕਦੇ, ਬਿਨਾਂ ਮਤਲਬ ਤੋਂ ਤੁਸੀਂ ਕਿਸੇ ਨੂੰ ਅਰੈਸਟ ਜਾਂ ਡਿਟੇਨ ਕਰਕੇ ਨਹੀਂ ਰੱਖ ਸਕਦੇ, ਸਪੈਸ਼ਲੀ ਚਾਈਲਡ ਨੂੰ। ਆਰਟੀਕਲ 21A ਆਫ ਇੰਡੀਆਜ਼ ਕੌਂਸਟੀਟਿਊਸ਼ਨ
ਗੱਲ ਕਰਦਾ ਹੈ ਕਿ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਬੱਚਿਆਂ ਨੂੰ ਜੋੜੇ ਕਿ 6 ਤੋਂ 14 ਸਾਲ ਤੱਕ ਦੇ ਨੇ। ਸੋ ਇਹਦੇ ਲਈ ਆਰਟੀਕਲ 21 ਇਹ ਅਗੇਨ ਇੱਥੇ ਆ ਗਿਆ, ਮੈਂ ਪਹਿਲਾਂ ਵੀ ਤੁਹਾਨੂੰ ਸਟਾਰ ਮਾਰਕ ਕਰਵਾਇਆ। ਦਿਸ ਇਜ਼ ਵੈਰੀ ਇੰਪੋਰਟੈਂਟ, ਰਾਈਟ ਟੂ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ। ਆਰਟੀਕਲ 41, 45, 46 ਇਹ ਤਿੰਨ ਆਰਟੀਕਲ ਸਟੇਟ ਦੀ ਜ਼ਿੰਮੇਵਾਰੀ ਲਗਾਉਂਦੇ ਨੇ ਕਿ ਸਟੇਟ ਦੀ ਜ਼ਿੰਮੇਵਾਰੀ ਹੈ ਐਜੂਕੇਸ਼ਨ ਪ੍ਰੋਵਾਈਡ ਕਰਵਾਉਣੀ। ਦੈਨ ਆਰਟੀਕਲ 22 ਜਿਹੜਾ ਸਬ ਕਲੌਜ਼, ਓਕੇ ਸੋ ਇਹਦਾ ਅੱਗੇ ਮਿਸਿੰਗ ਹੈ। ਆਰਟੀਕਲ 22 1 ਸੀ ਕਿ ਕਿਸੇ ਨੂੰ ਅਰੈਸਟ ਨਹੀਂ ਕਰ ਸਕਦੇ, ਇਹਦਾ ਹੀ ਸਬਸੈਕਸ਼ਨ 2 ਹੈ ਐਵਰੀ ਪਰਸਨ, ਜੇ ਕੋਈ ਅਰੈਸਟ ਹੋਇਆ ਡਿਟੇਨ ਕੀਤਾ ਗਿਆ ਕਸਟਡੀ ਦੇ ਵਿੱਚ ਤਾਂ 24 ਘੰਟਿਆਂ ਦੇ ਅੰਦਰ ਅੰਦਰ ਉਹਨੂੰ ਨੇੜੇ ਦੇ ਮੈਜਿਸਟ੍ਰੇਟ ਦੇ ਕੋਲ ਪ੍ਰੋਡਿਊਸ ਕਰਨਾ ਪਊਗਾ ਤੇ ਉਸ ਅਰੈਸਟ ਦਾ ਕਾਰਨ ਦੱਸਣਾ ਪਊਗਾ। ਆਰਟੀਕਲ 23 ਗੱਲ ਕਰਦਾ ਕਿ ਬੱਚਿਆਂ ਦੇ ਕੋਈ ਤੁਸੀਂ ਟ੍ਰੈਫਿਕਿੰਗ ਨਹੀਂ ਕਰ ਸਕਦੇ, ਉਹਨਾਂ ਦੇ ਨਾਲ ਕੋਈ ਬੰਦੂਆ ਮਜ਼ਦੂਰੀ ਨਹੀਂ ਕਰਵਾ ਸਕਦੇ, ਉਹਨਾਂ ਨੂੰ ਤੁਸੀਂ ਕਿਡਨੈਪ ਕਰਕੇ ਕਿਤੇ ਸੇਲ ਕਰ ਰਹੇ ਹੋ ਉਹਨਾਂ ਨੂੰ ਜਾਂ ਕਿਤੇ ਹੋਰ ਵੇਚ ਰਹੇ ਹੋ, ਟ੍ਰੈਫਿਕਿੰਗ ਕਰ ਰਹੇ ਹੋ। ਸੋ ਇਹ ਸਾਰਾ ਕੁਝ ਬਹੁਤ ਹੀ ਇੱਕ ਸੀਰੀਅਸ ਔਫੈਂਸ ਹੈ। ਆਰਟੀਕਲ 24 ਸੇਮ ਗੱਲ ਕਰ ਰਿਹਾ ਕਿ ਕਿਸੇ ਵੀ ਡੇਂਜਰਸ ਹੈਜ਼ਾਰਡੀਅਸ ਫੈਕਟਰੀਜ਼ ਦੇ ਵਿੱਚ ਤੁਸੀਂ ਬੱਚਿਆਂ ਤੋਂ ਕੰਮ ਨਹੀਂ ਕਰਾ ਸਕਦੇ ਜਿਹੜੇ 14 ਸਾਲ ਤੋਂ ਛੋਟੀ ਏਜ ਦੇ ਨੇ। ਕੋਈ ਮਾਈਨ ਹੋਗੀ, ਕੋਈ ਹੈਜ਼ਾਰਡੀਅਸ ਇੰਪਲੋਇਮੈਂਟ ਹੋਗੀ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕੋਈ ਪਟਾਕਾ ਫੈਕਟਰੀ ਹੋਗੀ। ਸੋ ਇਸ ਟਾਈਪ ਦੀ ਜਗ੍ਹਾ 'ਤੇ ਤੁਸੀਂ 14 ਸਾਲ ਤੋਂ ਨੀਚੇ ਦੇ ਬੱਚਿਆਂ ਨੂੰ ਕੰਮ ਨਹੀਂ ਕਰਵਾ ਸਕਦੇ। ਆਰਟੀਕਲ 39 ਗੱਲ ਕਰਦਾ ਕਿ ਹੈਲਥ ਤੇ ਸਟਰੈਂਥ ਹੈ ਕਿਸੇ ਵੀ ਵਰਕਰ ਦੀ, ਚਾਹੇ ਕੋਈ ਮੈਨ ਹੈ ਵਿਮਨ ਹੈ, ਜਿਹੜੇ ਟੈਂਡਰ ਏਜ ਦੇ ਬੱਚੇ ਨੇ, ਸੋ ਉਹਦਾ ਧਿਆਨ ਰੱਖਣਾ। ਦੈਨ ਸਾਰਿਆਂ ਨੂੰ ਇਕੁਅਲ ਓਪੋਰਚੁਨਿਟੀਜ਼ ਦੇਣਾ, ਕੋਈ ਮੇਲ ਫੀਮੇਲ ਦੇ ਵਿੱਚ ਵਰਕਰ ਦੇ ਵਿੱਚ ਜੇ ਕੋਈ 14 ਤੋਂ 18 ਸਾਲ ਦੇ ਨੇ ਤਾਂ ਉਹਨਾਂ ਵਿੱਚ ਇਹ ਨਹੀਂ ਹੈ ਕਿ ਤੁਸੀਂ ਕੋਈ ਡਿਫਰੈਂਸ਼ੀਏਟ ਕਰ ਸਕਦੇ ਹੋ, ਡਿਸਕ੍ਰਿਮੀਨੇਸ਼ਨ ਕਰ ਸਕਦੇ ਹੋ। ਹਰ ਕਿਸੇ ਨੂੰ ਬਰਾਬਰ ਦੇ ਤੁਸੀਂ ਵੇਜਿਸ ਦੇਣੀਆਂ ਨੇ ਬਰਾਬਰ ਦੇ ਕੰਮ ਲਈ। ਕੋਈ ਵੀ ਹੋਰ ਐਕਸਪਲੋਟੇਸ਼ਨ ਨਹੀਂ ਕਰ ਸਕਦੇ, ਮੋਰਲ ਮਟੀਰੀਅਲ ਅਬੈਂਡਨਮੈਂਟ ਨਹੀਂ ਹੋ ਸਕਦੀ। ਦੈਨ ਜਿਹੜਾ ਪੋਸਕੋ ਐਕਟ ਹੈ 2012 ਦਾ, ਉਹਨੇ ਚਿਲਡਰਨ ਦੇ ਸੈਕਸ਼ੂਅਲ ਅਬਿਊਜ਼ ਦੇ ਲਈ ਅਲੱਗ ਤੋਂ ਲਾਅ ਬਣਾਇਆ। ਸੋ ਬਹੁਤ ਸਾਰੇ ਸੈਕਸ਼ੂਅਲ ਓਫੈਂਸਿਸ ਨੇ ਜਿਹੜੇ ਇਸ ਐਕਟ ਦੇ ਅੰਦਰ ਆਉਂਦੇ ਨੇ। ਸੋ ਹਰ ਕੋਈ ਅਪਰਾਧ ਜਿਹੜਾ 18 ਸਾਲ ਤੋਂ ਛੋਟੇ ਚਿਲਡਰਨ ਦੇ ਨਾਲ ਹੋ ਰਿਹਾ, ਨੋ ਮੈਟਰ ਮੇਲ ਹੈ ਜਾਂ ਫੀਮੇਲ, ਸੋ ਇਹ ਇੰਪੋਰਟੈਂਟ ਹੈ, ਜੈਂਡਰ ਨਿਊਟਰਲ ਐਕਟ ਹੈ, ਸੋ ਉਹ ਪੋਸਕੋ ਦੇ ਅੰਦਰ ਆਊਗਾ। ਦੈਨ 375 ਸੈਕਸ਼ਨ ਆਈਪੀਸੀ ਦਾ ਗੱਲ ਕਰਦਾ ਹੈ ਕੰਸੈਂਟ ਦੀ 18 ਸਾਲ ਤੇ ਦੇਅਰਫੋਰ ਜਿਹੜਾ ਸੈਕਸ਼ੂਅਲ ਇੰਟਰਕੋਰਸ ਹੈ ਕਿਸੇ ਵੀ ਮਾਈਨਰ ਦੇ ਨਾਲ 18 ਸਾਲ ਤੋਂ ਨੀਚੇ ਦੇ ਨਾਲ, ਚਾਹੇ ਉਹ ਕੰਸੈਂਸ਼ੂਅਲ ਹੈ, ਕਿਉਂਕਿ ਕੰਸੈਂਟ ਹੀ ਉੱਥੇ ਮੰਨੀ ਜਾਂਦੀ ਹੈ ਜਦੋਂ ਬੰਦਾ 18 ਤੋਂ ਵੱਡਾ ਹੈ। ਸੋ 18 ਤੋਂ ਛੋਟੇ ਕੁੜੀ ਦੇ ਨਾਲ ਚਾਹੇ ਕੋਈ ਸੈਕਸ਼ੂਅਲ ਇੰਟਰਕੋਰਸ ਮਰਜ਼ੀ ਦੇ ਨਾਲ ਕਰ ਰਿਹਾ, ਉਹਨੂੰ ਰੇਪ ਹੀ ਮੰਨਿਆ ਜਾਊਗਾ। ਸੋ ਕ੍ਰਿਮੀਨਲ ਲਾਅ ਅਮੈਂਡਮੈਂਟ ਐਕਟ 2013 ਇੱਥੇ ਇੰਪੋਰਟੈਂਟ ਹੈ, ਧਿਆਨ 'ਚ ਰੱਖਣੀ। ਦੈਨ ਰੇਪ ਦੀ ਇੱਥੇ ਸਜ਼ਾ ਦੱਸੀ ਹੋਈ ਹੈ, ਇੰਪ੍ਰਿਜ਼ਨਮੈਂਟ 7 ਸਾਲ ਤੱਕ ਦੀ, ਮੇ ਆਲਸੋ ਸਬਜੈਕਟ ਟੂ ਅ ਫਾਈਨ, ਜਿੱਥੇ ਕੰਸੈਂਟ ਦੇ ਨਾਲ ਵੀ ਹੋ ਰਿਹਾ। 42 ਹੈ ਜਿਹੜਾ ਸੈਕਸ਼ਨ ਪੋਸਕੋ ਦਾ, ਉਹ ਗੱਲ ਕਰਦਾ ਹੈ ਵੇਅਰ ਐਨ ਐਕਟ ਔਰ ਓਮਿਸ਼ਨ ਕੌਨਸਟੀਟਿਊਟ ਸੈਕਸ਼ੂਅਲ ਔਫੈਂਸ ਬੋਥ ਅੰਡਰ ਦਿਸ ਐਕਟ ਤੇ ਆਈਪੀਸੀ, ਤਾਂ ਜਿੱਥੇ ਵੀ ਔਫੈਂਸ ਹੈ ਜਿਹੜਾ ਉਹਦੀ ਪਨਿਸ਼ਮੈਂਟ ਜ਼ਿਆਦਾ ਹੋਊਗੀ। ਮੰਨ ਲਓ ਕੋਈ ਅਪਰਾਧ ਕੀਤਾ ਹੈ ਤੇ ਉਹ ਅਪਰਾਧ ਦੀ ਸਜ਼ਾ ਆਈਪੀਸੀ ਦੇ ਅੰਦਰ ਵੀ ਲਿਖੀ ਹੋਈ ਹੈ ਤੇ ਪੋਸਕੋ ਐਕਟ ਦੇ ਅੰਦਰ ਵੀ ਲਿਖੀ ਹੋਈ ਹੈ। ਤਾਂ ਸੈਕਸ਼ਨ 42 ਕਹਿੰਦਾ ਕਿ ਜਿਹੜੇ ਵੀ ਐਕਟ ਦੇ ਵਿੱਚ ਜ਼ਿਆਦਾ ਸਜ਼ਾ ਹੋਊਗੀ, ਗ੍ਰੇਟਰ ਡਿਗਰੀ ਦੀ ਸਜ਼ਾ ਹੋਊਗੀ, ਉਹ ਅਪਲਾਈ ਹੋਊਗੀ। ਸੋ ਇਹ ਵੀ ਇੰਪੋਰਟੈਂਟ ਚੀਜ਼ ਹੈ ਜੋ ਆਪਾਂ ਨੇ ਧਿਆਨ 'ਚ ਰੱਖਣੀ ਹੈ। ਸੋ ਨੈਕਸਟ ਬਹੁਤ ਇੰਪੋਰਟੈਂਟ ਟੌਪਿਕ ਹੈ ਚਾਈਲਡ ਰੈਜ਼ੀਲੀਅੰਸ ਕੋਪਿੰਗ ਸਟ੍ਰੈਟਜੀ। ਸੋ ਐਸ ਪੇਰੈਂਟਸ ਆਪਾਂ ਆਪਣੇ ਬੱਚੇ ਨੂੰ ਬਚਾ ਕੇ ਰੱਖਣਾ ਚਾਹੁੰਦੇ ਹਾਂ ਕਿਸੇ ਵੀ ਤਰੀਕੇ ਦੇ ਹਾਰਮ ਤੋਂ, ਪਰ ਆਪਾਂ ਨੂੰ ਵੀ ਪਤਾ ਹੈ ਕਿ ਆਪਾਂ ਹਰ ਜਗ੍ਹਾ 'ਤੇ ਬੱਚੇ ਦੇ ਪਿੱਛੇ ਪਿੱਛੇ ਨਹੀਂ ਜਾ ਸਕਦੇ। ਸੋ ਹਰ ਸਮੇਂ ਆਪਾਂ ਪ੍ਰੋਟੈਕਟ ਨਹੀਂ ਕਰ ਸਕਦੇ। ਸੋ ਇੱਕ ਇਹੋ ਜਿਹੀ क्षमता ਜੇ ਬੱਚੇ ਦੇ ਅੰਦਰ ਹੁੰਦੀ ਹੈ ਕਿ ਉਹ ਕਿਸੇ ਵੀ ਤਰੀਕੇ ਦੇ ਸਟ੍ਰੈਸ ਨੂੰ, ਟਰਾਮਾ ਨੂੰ ਜਾਂ ਟਫ ਟਾਈਮ ਨੂੰ ਹੈਂਡਲ ਕਰ ਲੈਂਦੇ ਨੇ, ਉਹਨੂੰ ਆਪਾਂ ਕਹਿੰਦੇ ਹਾਂ ਰੈਜ਼ੀਲੀਅੰਸ। ਸੋ ਆਪਾਂ ਆਪਣੇ ਬੱਚਿਆਂ ਨੂੰ ਰੈਜ਼ੀਲੀਐਂਟ ਬਣਾਉਣਾ ਚਾਹੁੰਦੇ ਨੇ ਕਿ ਕਿਸੇ ਵੀ ਤਰੀਕੇ ਦੀ ਉਹ, ਜੇ ਉਹਨਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਹੈ, ਕੋਈ ਹਾਰਡਸ਼ਿਪ ਆਉਂਦੀ ਹੈ, ਉਹਦੇ ਤੋਂ ਆਪਣੇ ਆਪ ਨੂੰ ਇੰਨੇ ਸਟਰੋਂਗ ਹੋਣ ਕਿ ਬਚਾ ਲੈਣ। ਐਟਲੀਸਟ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਸਿਚੁਏਸ਼ਨ ਨੂੰ ਕਿਵੇਂ ਹੈਂਡਲ ਕਰਨਾ। So from early life hardship or abuse to loss of a parent, fractured relationship, loss of loved one, job loss, trauma can come in number of packages. So ਜਿਹੜਾ ਸਟ੍ਰੈਸ ਹੈ, ਟਰਾਮਾ ਹੈ, ਕਿਸੇ ਵੀ ਫਾਰਮ ਦੇ ਵਿੱਚ ਆ ਸਕਦਾ ਹੈ। ਸੋ ਕਿਸੇ ਦੀ ਜੌਬ ਚਲੇ ਜਾਂਦੀ ਹੈ, ਕਿਸੇ ਦੇ ਕੋਈ ਪੇਰੈਂਟ ਛੋਟੀ ਏਜ ਦੇ ਵਿੱਚ ਛੱਡ ਕੇ ਚਲੇ ਜਾਂਦੇ ਨੇ। ਸੋ ਅਲੱਗ-ਅਲੱਗ ਤਰੀਕੇ ਦੀ ਜਿਹੜੀ ਲਾਈਫ ਦੇ ਵਿੱਚ ਪ੍ਰੋਬਲਮਸ ਆਉਂਦੀਆਂ ਨੇ, ਉਹ ਕੋਈ ਨਾ ਕੋਈ ਆਪਣੇ ਦਿਮਾਗ ਉੱਤੇ ਟਰਾਮਾ ਛੱਡ ਜਾਂਦੀਆਂ ਨੇ। ਸੋ ਰੈਜ਼ੀਲੀਐਂਟ ਫੈਕਟਰਸ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹ ਦੇਖਿਆ ਜਾਂਦਾ ਹੈ ਕਿ ਕੋਈ ਕਿਸੇ ਨੈਗੇਟਿਵ ਆਊਟਕਮ ਨੂੰ ਕਿਵੇਂ ਹੈਂਡਲ ਕਰ ਰਿਹਾ ਤੇ ਕਿਸੇ ਇਨਸੀਡੈਂਟ ਦਾ, ਕਿਸੇ ਰਿਸਕ ਦਾ ਇੱਕ ਬੱਚੇ ਉੱਤੇ ਪਾਰਟਿਕੂਲਰਲੀ ਉਹਦੀ ਪਰਸਨੈਲਿਟੀ ਉੱਤੇ ਕਿਵੇਂ ਅਸਰ ਪਾ ਰਿਹਾ। ਸੋ ਕਈ ਬੱਚੇ ਸਟਰੋਂਗ ਹੁੰਦੇ ਨੇ, ਉਹ ਬਹੁਤ ਹੀ ਜ਼ਿਆਦਾ ਰੈਜ਼ੀਲੀਐਂਟ ਹੁੰਦੇ ਨੇ, ਉਹਨਾਂ ਉੱਤੇ ਛੋਟੀ-ਛੋਟੀਆਂ ਚੀਜ਼ਾਂ ਦਾ ਅਸਰ ਨਹੀਂ ਪੈਂਦਾ। ਕੁਝ ਬੱਚੇ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੁੰਦੇ ਨੇ, ਕੋਈ ਉਹਨਾਂ ਨੂੰ ਵੈਸੇ ਹੀ ਜੇ ਮਜ਼ਾਕ ਵੀ ਕਰਦਾ ਤਾਂ ਉਹਨੂੰ ਦਿਲ 'ਤੇ ਲਗਾ ਲੈਂਦੇ ਨੇ।
ਸੋ ਇਹ ਸਾਰੇ ਫੈਕਟਰਸ ਨੇ, resilience factor, protective factor, when present in a child's life correspond to being more resilient, better health outcome। ਜਿਹੜੇ ਬੱਚੇ ਜ਼ਿਆਦਾ resilient ਹੁੰਦੇ ਨੇ, better health outcome। ਸੋ ਜਿਹੜੇ ਨਹੀਂ ਹੁੰਦੇ, ਆਪਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਡਿਫਰੈਂਟ ਸਿਚੁਏਸ਼ਨ ਦੇ ਵਿੱਚ, ਡਿਫਿਕਲਟ ਸਰਕਮਸਟਾਂਸਿਸ ਦੇ ਵਿੱਚ ਆਪਣੇ ਆਪ ਨੂੰ ਕੋਪ ਅਪ ਕਰਨਾ ਔਖਾ ਹੋ ਜਾਂਦਾ ਹੈ। So children exposed to 6 or more risk factor are 2.5 times more likely to develop externalizing disorder like conduct disorder, violent crime। ਸੋ ਜਿਹੜੀ ਸਟੱਡੀਜ਼ ਨੇ, ਰਿਸਰਚ, ਉਹ ਇਹ ਕਹਿ ਰਹੀ ਹੈ ਕਿ ਜੇ ਕਿਸੇ ਬੱਚੇ ਦੇ ਨਾਲ 6 ਤੋਂ ਜ਼ਿਆਦਾ ਬਹੁਤ ਡਿਫਿਕਲਟ ਕੋਈ ਰਿਸਕ ਫੈਕਟਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਏ ਨੇ, ਕੋਈ ਬਹੁਤ ਰਿਸਕੀ ਸਿਚੁਏਸ਼ਨ ਉਹਨਾਂ ਨੇ ਛੋਟੇ ਹੁੰਦੇ ਬਚਪਨ ਦੇ ਵਿੱਚ ਫੇਸ ਕੀਤੀ ਹੈ, ਤਾਂ ਜ਼ਿਆਦਾ ਚਾਂਸਿਸ ਨੇ ਕਿ ਵੱਡੇ ਹੋ ਕੇ ਉਹ ਵਾਇਲੈਂਟ ਕ੍ਰਾਈਮ, ਕੋਈ ਸਬਸਟੈਂਸ ਅਬਿਊਜ਼, ਕੋਈ ਗਲਤ ਨਸ਼ਾ ਪੱਤਾ, ਇਸ ਟਾਈਪ ਦੀ ਚੀਜ਼ਾਂ ਵਿੱਚ ਜਾਣਗੇ। ਸੋ ਜ਼ਿਆਦਾ ਡਿਪਰੈਸ਼ਨ ਜਾਂ ਐਨਜ਼ਾਈਟੀ ਡਿਸਆਰਡਰ ਵਿੱਚ ਵੀ ਜਾ ਸਕਦੇ ਨੇ। ਸੋ ਜਿਹੜੇ ਬੱਚਿਆਂ ਨੇ ਰਿਸਕ ਫੈਕਟਰਸ ਨੂੰ ਜ਼ਿਆਦਾ ਫੇਸ ਕੀਤਾ ਹੋਇਆ। ਸੋ ਕੰਸੈਪਟ ਹੈ ਜਿਹੜਾ ਰੈਜ਼ੀਲੀਅੰਸ ਦਾ, ਇਹ ਇਸੈਂਸ਼ੀਅਲੀ ਹੈ ਪ੍ਰੋਟੈਕਟਿਵ ਫੈਕਟਰ ਤੇ ਰਿਸਕ ਫੈਕਟਰ ਦਾ ਇੱਕ ਕੰਬੀਨੇਸ਼ਨ। ਸੋ ਹੁਣ ਇਹਨੂੰ ਕਿਵੇਂ ਐਕਸਪਲੇਨ ਕੀਤਾ ਹੋਇਆ ਮੈਂ ਤੁਹਾਨੂੰ ਦਿਖਾਉਂਦੀ ਹਾਂ। ਇਹ ਹੋ ਗਏ ਪੋਜ਼ਿਟਿਵ ਆਊਟਕਮ, ਇਹ ਹੋ ਗਏ ਨੈਗੇਟਿਵ ਆਊਟਕਮ। ਸੋ ਹੁਣ ਮੰਨ ਲਓ ਤੁਹਾਡੀ ਲਾਈਫ ਦੇ ਵਿੱਚ ਕੋਈ ਰਿਸਕ ਆਇਆ, ਜੇ ਤੁਹਾਡੇ ਕੋਲ ਪ੍ਰੋਟੈਕਟਿਵ ਫੈਕਟਰ ਜ਼ਿਆਦਾ ਨੇ ਤਾਂ ਤੁਸੀਂ ਪੋਜ਼ਿਟਿਵ ਆਊਟਕਮ ਵੱਲ ਦੇਖੋਗੇ। ਜੇ ਤੁਹਾਡੇ ਅੰਦਰ ਰਿਸਕ ਫੈਕਟਰ ਜ਼ਿਆਦਾ ਨੇ, ਤੁਹਾਡੇ ਕੋਲ ਕੋਈ ਕੋਪਿੰਗ ਸਕਿੱਲਸ ਨਹੀਂ ਹੈਗੇ, ਤੁਹਾਨੂੰ ਘਰ ਵਿੱਚ ਕੋਈ ਪਿਆਰ ਕਰਨ ਵਾਲਾ ਨਹੀਂ, ਸਮਝਾਉਣ ਵਾਲਾ ਨਹੀਂ, ਸਪੋਰਟਿਵ ਪੇਰੈਂਟਿੰਗ ਨਹੀਂ, ਬਾਹਰੋਂ ਤੁਹਾਡੇ ਨਾਲ ਕੁਝ ਹੋਇਆ ਤੇ ਘਰੇ ਆ ਕੇ ਤੁਹਾਨੂੰ ਕੋਈ ਸਪੋਰਟ ਕਰਨ ਵਾਲਾ ਨਹੀਂ, ਕੋਈ ਪੋਜ਼ਿਟਿਵ ਐਕਸਪੀਰੀਅੰਸ ਦੇਣ ਵਾਲਾ ਨਹੀਂ ਹੈ, ਤਾਂ ਉੱਥੇ ਕੀ ਹੈ ਕਿ ਤੁਸੀਂ ਜ਼ਿਆਦਾ ਐਡਵਰਸਿਟੀ ਵਿੱਚ ਜਾਓਗੇ, ਹੋਰ ਅੱਗੇ ਦੇ ਅੱਗੇ ਪ੍ਰੋਬਲਮਸ ਵੱਲ ਜਾਓਗੇ। ਸੋ ਇਹ ਬੇਸਿਕ ਸਿੰਪਲ ਜਿਹਾ ਕਨਸੈਪਟ ਹੈ। ਸੋ ਹੁਣ ਇੱਕ ਬੱਚਾ ਰਿਸਕ ਫੈਕਟਰ ਵੱਲ ਨਾ ਜਾਵੇ, ਪ੍ਰੋਟੈਕਟਿਵ ਫੈਕਟਰ ਵੱਲ ਰਹੇ, ਕੋਪ ਕਰ ਸਕੇ ਸਹੀ ਤਰੀਕੇ ਨਾਲ ਸਿਚੁਏਸ਼ਨਸ ਨੂੰ, ਤਾਂ ਉਹਦੇ ਉੱਤੇ ਬਹੁਤ ਸਾਰੇ ਫੈਕਟਰਸ ਨੇ ਜਿਹੜੇ ਡਿਪੈਂਡ ਕਰਦੇ ਨੇ। ਸੋ ਫੈਮਿਲੀ ਦੇ ਵਿੱਚ ਗੁੱਡ ਪੇਰੈਂਟਿੰਗ ਇੰਪੋਰਟੈਂਟ ਹੈ। ਸੋ ਲੋ ਫੈਮਿਲੀ ਸਟ੍ਰੈਸ, ਗੁੱਡ ਪੇਰੈਂਟਿੰਗ, ਘਰ ਦੇ ਵਿੱਚ ਇਹ ਮਾਹੌਲ ਵਧੀਆ ਹੈ ਤਾਂ ਹੀ ਜਿਹੜੇ ਰਿਸਕ ਫੈਕਟਰ ਨੇ ਉਹਨਾਂ ਨੂੰ ਘਟਾ ਕੇ ਤੁਸੀਂ ਪ੍ਰੋਟੈਕਟਿਵ ਵੱਲ ਜਾ ਸਕਦੇ ਹੋ ਬੱਚਿਆਂ ਲਈ। ਸਾਊਂਡ ਪੇਰੈਂਟਲ ਮੈਂਟਲ ਹੈਲਥ, ਸੋ ਪੇਰੈਂਟਸ ਦੀ ਮੈਂਟਲ ਹੈਲਥ ਬਹੁਤ ਇੰਪੋਰਟੈਂਟ ਹੈ। ਘਰ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੈ, ਪੇਰੈਂਟਸ ਪੋਜ਼ਿਟਿਵ ਨੇ, ਬਹੁਤ ਹੀ ਜ਼ਿਆਦਾ ਅਕਾਮੋਡੇਟਿੰਗ ਨੇ, ਤੁਹਾਨੂੰ ਜਿੱਥੇ ਸਹੀ ਹੋ ਉੱਥੇ ਸਹੀ ਕਰਦੇ ਨੇ, ਇੱਕ ਸਹੀ ਤਰੀਕੇ ਨਾਲ ਤੁਹਾਨੂੰ ਡਿਸਿਪਲਿਨ ਸਿਖਾਉਂਦੇ ਨੇ। ਇਹ ਨਹੀਂ ਕਿ ਹਰ ਛੋਟੀ ਛੋਟੀ ਗੱਲ 'ਤੇ ਤੁਹਾਨੂੰ ਟੋਕੀ ਜਾ ਰਹੇ ਨੇ। ਐਬਸੈਂਸ ਆਫ ਐਲਕੋਹਲਿਜ਼ਮ, ਡਰੱਗ ਅਬਿਊਜ਼, ਘਰ ਦੇ ਵਿੱਚ ਤੁਹਾਨੂੰ ਇੱਕ ਸੇਫਟੀ ਫੀਲ ਹੋ ਰਹੀ ਹੈ। ਦੈਨ ਇੰਡੀਵਿਜੂਅਲ ਫੈਕਟਰਸ, ਤੁਸੀਂ ਆਪਣੇ ਇਮੋਸ਼ਨਸ ਨੂੰ ਕਿੰਨਾ ਜ਼ਿਆਦਾ ਵਧੀਆ ਤਰੀਕੇ ਨਾਲ ਕੰਟਰੋਲ ਕਰ ਪਾਉਂਦੇ ਹੋ। ਅਡੈਪਟਿਵ ਇਮੋਸ਼ਨਲ ਸਕਿੱਲ, ਇਹ ਵੀ ਇੰਪੋਰਟੈਂਟ ਫੈਕਟਰ ਪਲੇ ਕਰਦਾ ਹੈ। ਪਰਸੈਪਸ਼ਨ ਆਫ ਕੰਟਰੋਲ, ਆਪਣੀ ਜ਼ਿੰਦਗੀ ਉੱਤੇ ਚੀਜ਼ਾਂ ਨੂੰ ਸਹੀ ਗਲਤ ਸਮਝਣਾ। ਦੈਨ ਸੈਲਫ ਐਸਟੀਮ, ਸੈਲਫ ਐਫੀਕੇਸੀ, ਅਬਿਲਿਟੀ ਟੂ ਡਰੀਮ, ਸੈਂਸ ਆਫ ਪਰਪਸ ਇਨ ਲਾਈਫ, ਸੋਸ਼ਲ ਸਕਿੱਲ, ਕਮਿਊਨੀਕੇਸ਼ਨ, ਤੁਹਾਡੇ ਨਾਲ ਕੁਝ ਹੋਇਆ ਤੁਸੀਂ ਕਿਸੇ ਨੂੰ ਸਮਝਾ ਪਾ ਰਹੇ ਹੋ, ਦੱਸ ਪਾ ਰਹੇ ਹੋ, ਸ਼ੇਅਰ ਕਰ ਪਾ ਰਹੇ ਹੋ। ਐਮਪੈਥੀ, ਸੈਂਸ ਆਫ ਹਿਊਮਰ, ਫਿਜ਼ੀਕਲ ਹੈਲਥ, ਹਾਈ ਇੰਟੈਲੈਕਚੁਅਲ ਕੈਪੇਬਿਲਿਟੀ। ਜੈਂਡਰ, ਗਰਲਸ ਟੈਂਡ ਟੂ ਬੀ ਮੋਰ ਰੈਜ਼ੀਲੀਐਂਟ ਐਂਡ ਬॉयਜ਼, ਕੁੜੀਆਂ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਰਿਸਕ ਫੈਕਟਰ ਨੂੰ ਸਹਿਣ ਦੀ ਸ਼ਮਤਾ ਮੁੰਡਿਆਂ ਨਾਲੋਂ ਜ਼ਿਆਦਾ ਹੁੰਦੀ ਹੈ। ਸੋ ਰਿਸਕ ਫੈਕਟਰ ਦੇ ਵਿੱਚ ਇੱਥੇ ਆ ਜਾਂਦਾ ਇਮੋਸ਼ਨਲੀ ਟਰਾਮਾ, ਡਿਪਰੈਸਿੰਗ ਚੀਜ਼ਾਂ ਜੋ ਤੁਹਾਨੂੰ ਅਫੈਕਟ ਕਰਦੀਆਂ ਨੇ। ਦੈਨ ਈਜ਼ੀ ਟੈਂਪਰਾਮੈਂਟ, ਫੇਵਰੇਬਲ ਜੀਨਸ, ਐਡਵਾਂਟੇਜ, ਸੋਸ਼ੋ ਇਕਨੋਮਿਕ ਸਟੇਟਸ, ਤੁਸੀਂ ਇਸ ਟਾਈਪ ਦੇ ਮਾਹੌਲ 'ਚ ਰਹਿ ਰਹੇ ਹੋ ਜਿੱਥੇ ਤੁਹਾਡੇ ਲਈ ਇਸ ਟਾਈਪ ਦੀਆਂ ਚੀਜ਼ਾਂ ਨੂੰ ਹੈਂਡਲ ਕਰਨਾ ਬਹੁਤ ਈਜ਼ੀ ਹੈ। ਸੋ ਉਹ ਵੀ ਸਾਰੇ ਇੰਡੀਵਿਜੂਅਲ ਫੈਕਟਰਸ ਨੇ। ਲਾਸਟ 'ਚ ਆਉਂਦਾ ਕਮਿਊਨਿਟੀ ਫੈਕਟਰ। ਹੁਣ ਸੁਸਾਇਟੀ ਤੁਹਾਨੂੰ ਕਿਵੇਂ ਮਦਦ ਕਰ ਸਕਦੀ ਹੈ ਰਿਸਕ ਫੈਕਟਰਸ ਨੂੰ ਕੋਪ ਕਰਨ ਦੇ ਲਈ। ਸਪੋਰਟਿਵ ਐਕਸਟੈਂਡਡ ਫੈਮਿਲੀ ਮੈਂਬਰ ਇੰਗੇਜਮੈਂਟ, ਤੁਹਾਡੇ ਕੋਲ ਕਜ਼ਨਸ ਨੇ, ਰਿਸ਼ਤੇਦਾਰ ਨੇ ਜਿਨ੍ਹਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ, ਤੁਹਾਨੂੰ ਟਰਸਟ ਹੈ ਉਹਨਾਂ ਉੱਤੇ। ਸਪੋਰਟਿਵ ਰਿਲੇਸ਼ਨਸ਼ਿਪ ਵਿਦ ਅ ਮੈਂਟੋਰ, ਕੋਈ ਟੀਚਰ ਹੈ ਜਿਹਦੇ ਵਿੱਚ ਤੁਹਾਨੂੰ ਆਪਣਾ ਇੱਕ ਵਧੀਆ ਮੈਂਟੋਰ ਦਿਖਦਾ ਹੈ, ਤੁਸੀਂ ਉਹਦੇ ਨਾਲ ਕੰਫਰਟੇਬਲ ਹੋ। ਪੋਜ਼ਿਟਿਵ ਸਕੂਲ ਦਾ ਐਕਸਪੀਰੀਅੰਸ। ਦੈਨ ਸੇਫ ਨੇਬਰਹੁੱਡ, ਕਲੋਜ਼ ਕਮਿਊਨਿਟੀ, ਸੋਸ਼ਲ ਸਪੋਰਟ, ਪਾਰਟ ਆਫ ਰਿਲੀਜੀਅਸ ਫੇਥ, ਤੁਹਾਨੂੰ ਰੱਬ 'ਤੇ ਭਰੋਸਾ ਹੈ, ਰਿਲੀਜੀਅਸਲੀ ਤੁਸੀਂ ਬਹੁਤ ਹੋ, ਤੁਹਾਨੂੰ ਲੱਗਦਾ ਤੁਹਾਡਾ ਕੁਝ ਬੁਰਾ ਹੋਇਆ, ਤੁਸੀਂ ਪਾਠ ਕੀਤਾ, ਗੁਰਦੁਆਰੇ ਗਏ ਤੇ ਤੁਹਾਨੂੰ ਲੱਗ ਰਿਹਾ ਕਿ ਹੁਣ ਸਭ ਕੁਝ ਠੀਕ ਹੋ ਜੂ। ਐਕਸਟਰਾ ਕਰਿਕੂਲਰ ਐਕਟੀਵਿਟੀਜ਼। ਸੋ ਇਹ ਨੇ ਸਾਰੇ ਫੈਕਟਰਸ ਜਿਹੜੇ ਕਿ ਤੁਹਾਨੂੰ ਰਿਸਕ ਫੈਕਟਰਸ ਨੂੰ ਦੂਰ ਕਰਕੇ ਇੱਕ ਪ੍ਰੋਟੈਕਟਿਵ ਫੈਕਟਰ ਤੁਹਾਡੇ ਲਈ ਬਣਾਉਂਦੇ ਨੇ। ਸੋ ਇਹ ਸੀਗੀਆਂ ਆਪਣੇ ਕੋਲ ਇੱਕ ਰੈਜ਼ੀਲੀਐਂਟ ਬੱਚਾ ਕਿਵੇਂ ਬਣ ਸਕਦਾ ਹੈ, ਕਿਹੜੇ ਕਿਹੜੇ ਫੈਕਟਰ ਨੇ, ਕੌਣ ਕੌਣ ਇੰਪੋਰਟੈਂਟ ਰੋਲ ਪਲੇ ਕਰਦਾ ਹੈ, ਅਤੇ ਫਿਰ ਆਪਾਂ ਕੋਪਿੰਗ ਸਟ੍ਰੈਟਜੀਜ਼ ਕਿਵੇਂ ਉਹਨਾਂ ਚੀਜ਼ ਨੂੰ ਦੂਰ ਕਰ ਸਕਦੇ ਹਾਂ। ਜੇ ਆਪਣੇ ਕੋਲ ਇਹ ਸਾਰੇ ਫੈਕਟਰਸ ਮੌਜੂਦ ਹੋਣ ਤਾਂ ਆਪਾਂ ਕੋਪ ਕਰ ਸਕਦੇ ਹਾਂ, ਉਸ ਚੀਜ਼ ਤੋਂ ਲੜ ਸਕਦੇ ਹਾਂ। ਸੋ ਦੈਟ ਵਾਜ਼ ਆਲ ਫॉर ਟੂਡੇ। ਥੈਂਕ ਯੂ ਐਂਡ ਗੁੱਡ ਲੱਕ।